ਕਦੋਂ ਤੁਸੀਂ ਏਜੰਸੀਆਂ ਦੇ ਇਨ ਟੱਚ ਹੋਏ, ਕਿਹਦੇ ਲਈ ਕੰਮ ਕਰਦੇ ਸੀ ਤੁਸੀਂ? BSF ਔਰ ਰਾ ਵਾਸਤੇ ਕੰਮ ਕੀਤਾ। ਫਿਰ ਤੁਹਾਡੀ ਗ੍ਰਿਫਤਾਰੀ ਕਦੋਂ ਹੁੰਦੀ ਹੈ? ਪਾਕਿਸਤਾਨ 'ਚ ਗ੍ਰਿਫਤਾਰੀ ਕਦੋਂ ਹੁੰਦੀ ਹੈ? 23 ਮਈ 1990 'ਚ ਹੋਈ ਗ੍ਰਿਫਤਾਰੀ ਮੇਰੀ। ਉੱਥੇ ਮੈਨੂੰ ਟਾਰਗੇਟ ਕਰਦੇ ਰਹੇ, ਕਾਫੀ ਮਾਰ ਕੁਟਾਈ ਇਹਨਾਂ ਨੇ ਮੇਰੀ ਕਰਦੇ ਰਹੇ। 2 ਸਾਲ ਤੱਕ ਇਹਨਾਂ ਨੇ ਟੈਰੋਕੇਸ਼ਨ ਕੀਤੀ। ਜਦੋਂ ਵੀ ਜਾਂਦੇ ਸੀ ਉਦੋਂ ਮਾਰ ਪੈਂਦੀ ਸੀ, ਜਾਣੀ ਕਿ ਹਰ ਟਾਈਮ ਜਿਹੜਾ ਨਾ ਕੋਈ ਜਿਹੜਾ ਨਾ ਪਰੇਸ਼ਾਨ ਕਰਦਾ ਹੀ ਰਹਿੰਦਾ ਹੁੰਦਾ। ਉੱਧਰ ਜਦੋਂ ਤੁਹਾਡੇ ਤੇ ਟਾਰਚਰ ਹੋ ਰਿਹਾ ਸੀ ਜੇਲ੍ਹਾਂ 'ਚ, ਹਾਂਜੀ, ਤਾਂ ਪੁੱਛਿਆ ਉਹਨਾਂ ਨੇ ਰੌ ਲਈ ਕੰਮ ਕਰਦੇ ਹੋ, BSF ਲਈ ਕੰਮ ਕਰਦੇ ਹੋ, ਕੀ ਦੱਸਿਆ? ਹਾਂ ਮੈਂ BSF ਵਾਸਤੇ ਦੱਸ ਦਿੱਤਾ ਸੀ। ਇਸ ਤਰ੍ਹਾਂ ਦਾ ਕੀ ਟਾਰਚਰ ਹੋਇਆ ਕਿ ਤੁਹਾਨੂੰ ਬਹੁਤ ਸ਼ਾਰਟ ਟਾਰਚਰ ਵੀ ਕੀਤਾ ਹੈਗਾ ਸੀ ਉਹਨਾਂ ਨੇ, ਦਿਮਾਗ ਤੇ ਸਾਡੇ ਦੇ ਸ਼ਾਰਟ ਵੀ ਲਗਾਏ ਹੈਗੇ। ਮਾਰ ਕਟਾਈ ਤੇ ਪੁੱਠਾ ਲਟਕਾ ਕੇ ਕਰਦੇ ਰਹੇ ਸਾਡੇ ਨਾਲ। ਬਹੁਤ ਜ਼ਿਆਦਾ ਕੁੱਟਦੇ ਰਹੇ ਆ, ਜਦੋਂ ਮਰਜ਼ੀ ਕੱਢ ਲੈਂਦੇ, ਜਦੋਂ ਮਰਜ਼ੀ ਟੈਰੋਕੇਸ਼ਨ ਕਰਦੇ ਰਹੇ। ਤੁਸੀਂ ਫਿਰ ਸਾਰਾ ਕੁਝ ਹੀ ਦੱਸਤਾ ਸੀ ਉਹਨਾਂ ਨੂੰ ਜੋ ਕੀਤਾ ਸੀ? ਨਹੀਂ, ਸਾਰਾ ਕੁਝ ਤਾਂ ਨਹੀਂ ਦੱਸਿਆ। ਮੈਂ ਸਿਰਫ 2 ਫੇਰੇ ਮੰਨਿਆ ਹੈਗਾ ਸੀ, ਜੋ ਕਮ ਸੇ ਕਮ ਮੈਂ ਗਿਆ, ਮੈਂ 14 ਵਾਰੀ ਮੈਂ ਗਿਆ ਹਾਂ। ਉਦੋਂ ਜਦੋਂ ਉੱਥੇ ਜੇਲ੍ਹ 'ਚ ਬੰਦ ਸੀਗੇ, ਇੱਥੇ ਭਾਰਤ ਸਰਕਾਰ ਜਾਂ ਇੱਥੇ ਏਜੰਸੀਆਂ ਤੁਹਾਡੇ ਪਰਿਵਾਰ ਦੀ ਦੇਖ ਰੇਖ ਕਰਦੀਆਂ ਸੀ? ਨਾ, ਕੋਈ ਨਹੀਂ ਦੇਖ ਪਾਈ ਕੋਈ। ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਨਾਲ ਖੜੇ ਆ, ਪੱਕਾ ਤੁਹਾਡੀ ਮਦਦ। ਪਹਿਲਾਂ ਕਿੰਨੇ ਕੁ ਪੈਸੇ ਦਿੰਦੇ ਹੁੰਦੇ ਸੀ? ਉਦੋਂ ਵੱਧ ਤੋਂ ਵੱਧ 400-500 ਰੁਪਇਆ ਦੇ ਦਿੰਦੇ ਸੀ। ਤੁਹਾਨੂੰ ਕਦੇ ਲੱਗਦਾ ਸੀਗਾ ਕਿ ਇਹ ਕੰਮ ਕਰਦਿਆਂ ਇਹ ਹਾਲ ਹੋ ਜਾਊਗਾ? ਪਤਾ ਤਾਂ ਸੀ ਸਾਨੂੰ ਵੀ ਵਾਕਈ ਵੀ ਇਹ ਕੰਮ ਮਾੜਾ ਹੈਗਾ ਵਾ, ਇਹਦੇ ਇਲਜ਼ਾਮ ਬੁਰਾ ਹੀ ਹੋਣਾ ਵਾ। ਬਾਰਡਰ ਪਾਰ ਕਰਦਿਆਂ ਕਦੇ ਪਹਿਲਾਂ ਵੀ ਕੋਈ ਡਰ ਲੱਗਿਆ? ਕਦੇ ਕੋਈ ਇਹੋ ਜਿਹਾ ਕਿੱਸਾ ਹੋਇਆ ਵੀ ਕਿਤੇ ਤੁਹਾਨੂੰ ਲੱਗਾ ਹੋਵੇ ਗਏ ਹੁਣ ਤਾਂ? ਹੋਇਆ ਹੀ 1-2 ਵਾਰੀ ਬਾਰਡਰ ਦੇ ਉੱਪਰ ਹੋਇਆ ਵੀ, ਮੇਰੇ ਨਾਲ ਚਾਂਸ ਹੋਇਆ ਵੀ 1-2 ਵਾਰੀ ਗੋਲੀਆਂ ਵੀ ਚੱਲੀਆਂ। ਸਰਬਜੀਤ ਤੇ ਤਾਂ ਫਿਲਮ ਤੱਕ ਬਣ ਗਈ, ਸਰਬਜੀਤ ਨੂੰ ਪੈਸੇ ਹੀ ਬਹੁਤ ਮਿਲੇ, ਤਾਂ ਹਾਂਜੀ, ਤੁਹਾਨੂੰ ਲੱਗਿਆ ਉਸ ਤੋਂ ਬਾਅਦ ਤੁਸੀਂ ਕੁਛ ਉਠਾਇਆ ਵੀ ਉਹਨਾਂ ਨੂੰ ਮਿਲ ਰਹੇ ਨੇ, ਸਾਨੂੰ ਕਿਉਂ ਨਹੀਂ? ਉਹਨਾਂ ਨੂੰ ਸਿੰਘ ਲੱਗਦਾ ਵਾ, ਸਹੀ ਗੱਲ ਪੁੱਛਣ ਸਰ, ਸਾਨੂੰ ਮਸੀਹ ਲੱਗਦਾ ਹੈਗਾ ਵਾ। ਮਸੀਹਾਂ ਨੂੰ ਜਿਹੜਾ ਨਾ ਕਿਸੇ ਵੀ ਤਰ੍ਹਾਂ ਦੀ ਹੈਲਪ ਨਹੀਂ ਕਰਦੀ ਗੌਰਮੈਂਟ। ਸਿੰਘ ਦੀ ਇੱਥੇ ਕਦਰ ਕਰਦੇ ਪੰਜਾਬ 'ਚ, ਦੂਸਰੀ ਬਰਾਦਰੀ ਦੀ। ਇਹ ਤੁਹਾਨੂੰ ਕਿਉਂ ਲੱਗਦਾ? ਆਪਣਾ ਹਿਸਾਬ ਕਿਤਾਬ ਹੈ ਸਰ ਗੌਰਮੈਂਟਾਂ ਦਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪ੍ਰੋ ਪੰਜਾਬ ਟੀਵੀ ਦੀ ਸੀਰੀਜ਼ ਜਾਸੂਸ 'ਚ ਅਸੀਂ ਲਗਾਤਾਰ ਤੁਹਾਨੂੰ ਅਜਿਹੇ ਜਾਸੂਸਾਂ ਨਾਲ ਮਿਲਾ ਰਹੇ ਹਾਂ ਜਿਨ੍ਹਾਂ ਦਾ ਇਲਜ਼ਾਮ ਆ ਕਿ ਉਹ ਰੌ ਲਈ ਕੰਮ ਕਰਦੇ ਸੀ, ਏਜੰਸੀਆਂ ਲਈ ਕੰਮ ਕਰਦੇ ਸੀ। ਇਹ ਪਾਕਿਸਤਾਨ 'ਚ ਗਏ, ਪਾਕਿਸਤਾਨ 'ਚ ਜਾ ਕੇ ਜਾਸੂਸੀ ਕਰਦੇ ਸੀ ਭਾਰਤ ਦੇ ਲਈ। ਪਰ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ, ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਉਹਨਾਂ ਦਾ ਕਹਿਣਾ, ਅਸੀਂ ਰੁਲ ਰਹੇ ਹਾਂ, ਗਰੀਬ ਘਰਾਂ 'ਚੋਂ ਅਸੀਂ ਏਜੰਸੀਆਂ ਲਈ ਕੰਮ ਕੀਤਾ, ਏਜੰਸੀਆਂ ਸਾਨੂੰ ਨਹੀਂ ਪੁੱਛਦੀਆਂ। ਅੱਜ ਅਸੀਂ ਪਹੁੰਚੇ ਹਾਂ ਰੋਬਿਨ ਮਸੀਹ ਦੇ ਕੋਲ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਰੋਬਿਨ ਮਸੀਹ ਦੇ ਇਲਜ਼ਾਮ ਕੀ ਨੇ, ਕਦੋਂ ਉਹ ਕੰਮ ਕਰਨ ਲੱਗੇ, ਕਿਹੜੀ ਏਜੰਸੀ ਲਈ ਕਰਦੇ ਸੀ। ਰੋਬਿਨ ਜੀ, ਤੁਹਾਡਾ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਜੀ ਰੋਬਿਨ ਜੀ, ਸਭ ਤੋਂ ਪਹਿਲਾਂ ਤੁਸੀਂ ਸ਼ੁਰੂਆਤ 'ਚ ਇਹ ਦੱਸੋ, ਕਦੋਂ ਤੁਸੀਂ ਏਜੰਸੀਆਂ ਦੇ ਇਨ ਟੱਚ ਹੋਏ, ਕਿਹਦੇ ਲਈ ਕੰਮ ਕਰਦੇ ਸੀ ਤੁਸੀਂ? ਮੈਂ ਸਰ ਜੀ BSF ਵਾਸਤੇ ਕੰਮ ਕੀਤਾ ਔਰ BSF ਔਰ ਰਾ ਵਾਸਤੇ ਕੰਮ ਕੀਤਾ, ਜੋ कि BSF तो गुरदासपुर के हैं, तो रा जो है ना जम्मू के हैं, जम्मू की एजेंसी। BSF जो बड़ा अफसर था उसका नाम JD था, वो सानू भेजदा हुंदा है, जो ਜਿਹੜਾ कि गुरदासपुर ਦਾ ਰਹਿਣ ਵਾਲਾ ਹੈ। ਉਹਨਾਂ ਕੋਲ ਪਾਕਿਸਤਾਨ ਦਾ ਇੱਕ ਬੰਦਾ ਆਇਆ ਜਿਸ ਦਾ ਨਾਂ ਸੀ ਗਣੀ ਨੇ ਮੈਨੂੰ ਲੈ ਕੇ ਚਲ ਗਿਆ ਪਾਕਿਸਤਾਨ। ਫਿਰ ਉਹਨਾਂ ਨੇ ਮੈਨੂੰ ਕੰਮ ਜਿਹੜਾ ਸੀ ਦਿੱਤਾ ਤੇ ਮੈਂ ਆਪਣੀ ਏਜੰਸੀ ਵਾਸਤੇ ਜਿਹੜਾ ਨਾ ਇਹਨਾਂ ਨੂੰ ਲਿਆ ਕੇ ਦਿੱਤਾ। ਬਾਬਾ ਵੀ ਮੇਰੇ ਨਾਲ ਆਇਆ ਹੈਗਾ ਸੀ ਜੋ, ਤੇ ਇਹ ਤੇ ਕਾਫੀ ਖੁਸ਼ ਸਨ BSF ਵਾਲੇ। ਤੇ ਫਿਰ ਮੈਂ ਇਹਨਾਂ ਨੇ ਮੈਨੂੰ ਦੁਬਾਰਾ ਭੇਜਣ ਦੀ ਕੋਸ਼ਿਸ਼ ਕੀਤੀ। ਠੀਕ, ਮੈਂ ਫਿਰ ਦੁਬਾਰਾ ਗਿਆ। ਫਿਰ ਇਹਨਾਂ ਵਾਸਤੇ ਅਖਬਾਰਾਂ ਲਿਆਂਦੀਆਂ। ਇਹਨਾਂ ਨੇ ਮੈਨੂੰ ਅਖਬਾਰਾਂ ਵਾਸਤੇ ਕਿਹਾ ਸੀ ਵੀ ਲੈ ਕੇ ਆਈ। ਇਹਨਾਂ ਨੂੰ ਅਖਬਾਰਾਂ ਲਿਆ ਕੇ ਦਿੱਤੀਆਂ। ਫਿਰ ਦੂਸਰੀ ਤੀਸਰੀ ਵਾਰ ਗਿਆ। ਫਿਰ ਮੈਂ ਇਹਨਾਂ ਵਾਸਤੇ ਹੋਰ ਵੀ ਨਾਵਲ ਮੈਗਜ਼ੀਨ ਉੱਥੋਂ ਲੈ ਕੇ ਆਇਆ ਉਰਦੂ ਦੇ, ਉਹ ਵੀ ਲਿਆ ਕੇ ਦਿੱਤੇ ਇਹਨਾਂ ਨੂੰ। ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਕਰਦੇ ਮੈਂ ਕਮ ਸੇ ਕਮ ਵੀ 12-13 ਵਾਰੀ ਮੈਂ ਜਾ ਚੁੱਕਾ ਸੀ ਜੋ। ਫਿਰ ਉਸ ਤੋਂ ਬਾਅਦ ਕਾਫੀ ਕੰਮ ਜਿਹੜਾ ਨਾ
ਮੈਂ ਇਹਨਾਂ ਨੂੰ ਲਿਆ ਕੇ ਦਿੰਦਾ ਰਿਹਾ ਆਰਮੀ ਦਾ ਉਧਰੋਂ। ਕਿਸ ਤਰ੍ਹਾਂ ਦਾ ਕੰਮ ਹੁੰਦਾ ਸੀ, ਕੀ ਹੁੰਦਾ ਸੀ, ਕੀ ਲਿਆ ਕੇ ਦਿੰਦੇ ਸੀਗੇ? ਇਹਨਾਂ ਨੂੰ ਮੈਂ ਆਰਮੀ ਦੇ ਉਧਰੋਂ ਨੂਰਕੋਟ ਛਾਉਣੀ ਦੇ ਵਿੱਚੋਂ ਅਟੈਕ ਨੰਬਰ, ਫਿਰ ਉੱਥੋਂ ਮੇਰੇ ਵਾਕਬ ਹੈਗੇ ਸੀ ਬੰਦੇ, ਉਹਨਾਂ ਕੋਲੋਂ ਲਿਖਾ ਕੇ ਕੰਮ ਉਹ ਵੀ ਮੈਨੂੰ ਦਿੰਦੇ ਹੁੰਦੇ ਸੀ। ਫਿਰ ਉਹ ਕੰਮ ਦੇ ਕੇ ਜਿਹੜਾ ਨਾ ਮੈਂ ਇਹਨਾਂ ਨੂੰ ਦਿੰਦਾ ਹੁੰਦਾ ਸੀ, ਜੋ ਲਿਆ ਕੇ ਆਪਣੀ ਗੌਰਮੈਂਟ ਨੂੰ ਦਿੰਦਾ ਹੁੰਦਾ ਸੀ। ਜੋ ਕੁਛ ਵੀ ਇਹ ਕਹਿੰਦੇ ਰਹੇ ਵੀ ਉੱਥੋਂ ਆਹ ਕੰਮ ਕਰਕੇ ਲਿਆਉਣਾ, ਮੈਂ ਕਰਕੇ ਲਿਆਉਂਦਾ ਰਿਹਾ ਵਾਂ ਜਿਹੜਾ ਵੀ ਕੰਮ ਕੀਤਾ ਵਾ। ਪਰ ਚਾਹੇ ਤੇ ਰਾਹ ਵਾਲੇ ਕਹਿੰਦੇ ਰਹੇ, ਚਾਹੇ ਤੇ BSF ਵਾਲੇ ਕਹਿੰਦੇ ਵੀ। ਫਿਰ ਤੁਹਾਡੀ ਗ੍ਰਿਫਤਾਰੀ ਕਦੋਂ ਹੁੰਦੀ ਹੈ? ਪਾਕਿਸਤਾਨ 'ਚ ਗ੍ਰਿਫਤਾਰੀ ਕਦੋਂ ਹੁੰਦੀ ਹੈ? 23 ਮਈ 1990 'ਚ ਹੋਈ ਗ੍ਰਿਫਤਾਰੀ ਮੇਰੀ। ਤੇ ਉਸ ਤੋਂ ਬਾਅਦ 2 ਸਾਲ ਮੈਂ ਗੋਰਾ ਜੇਲ੍ਹ 'ਚ ਰਿਹਾ, ਸਿਆਲਕੋਟ ਛਾਉਣੀ ਦੇ ਵਿੱਚ। ਉੱਥੇ ਮੈਨੂੰ ਟਾਰਗੇਟ ਕਰਦੇ ਰਹੇ, ਕਾਫੀ ਮਾਰ ਕਟਾਈ ਇਹਨਾਂ ਨੇ ਮੇਰੀ ਕਰਦੇ ਰਹੇ। 2 ਸਾਲ ਤੱਕ ਇਹਨਾਂ ਨੇ ਟੈਰੋਕੇਸ਼ਨ ਕੀਤੀ। ਫਿਰ ਮੈਨੂੰ ਆਰਮੀ ਵਾਲੇ ਨੇ ਸਜ਼ਾ ਦਿੱਤੀ, 10 ਸਾਲ ਦੀ ਕੈਦ ਦਿੱਤੀ ਹੈਗੀ ਸੀ ਜੋ। ਤੇ ਉਸ ਤੋਂ ਬਾਅਦ ਫਿਰ ਮੈਂ 10 ਸਾਲ ਤੋਂ ਬਾਅਦ ਇਹਨਾਂ ਨੇ ਫਿਰ ਮੈਨੂੰ ਸਿਆਲਕੋਟ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਡਿਸਟ੍ਰਿਕਟ ਜੇਲ੍ਹ ਦੇ ਵਿੱਚ। ਉੱਥੇ ਮੈਨੂੰ ਬੇੜੀ ਲਾਤੀ ਹਫ਼ਤਾ ਇੱਕ। ਕੀ ਤਸ਼ੱਦਦ ਹੁੰਦਾ ਸੀ ਜੇਲ੍ਹਾਂ 'ਚ? ਜਦੋਂ ਵੀ ਜਾਂਦੇ ਸੀ ਉਦੋਂ ਮਾਰ ਪੈਂਦੀ ਸੀ, ਜਾਣੀ ਕਿ ਹਰ ਟਾਈਮ ਜਿਹੜਾ ਨਾ ਕੋਈ ਜਿਹੜਾ ਨਾ ਪਰੇਸ਼ਾਨ ਕਰਦਾ ਹੀ ਰਹਿੰਦਾ ਹੁੰਦਾ ਸੀ ਜੋ। ਤੇ ਰੋਟੀ ਪਾਣੀ ਵੀ ਬਹੁਤ ਜ਼ਿਆਦਾ ਮਾੜਾ ਦਿੰਦੇ ਹੈਗੇ ਸੀ, ਬਸ ਦਾਲ ਰੋਟੀ ਦਿੰਦੇ ਹੈਗੇ ਸੀ ਮਾੜੀ ਮੋਟੀ। ਸਹੀ ਗੱਲ ਪੁੱਛੋ ਤੇ ਸਰ, ਹੋਰ ਕਿਸੇ ਵੀ ਤਰ੍ਹਾਂ ਦੀ ਬਹੁਤਾ ਦੇਰ ਤੇ ਵੈਸੇ ਚੱਕੀਆਂ ਦੇ ਵਿੱਚ ਬੰਦ ਹੀ ਰੱਖਦੇ ਹੈਗੇ ਉੱਥੇ, ਬਾਹਰ ਘੱਟ ਹੀ ਕੱਢਦੇ ਹੈਗੇ ਸੀ ਜੋ। ਫਿਰ ਮਸ਼ੱਕਤ ਵੀ ਸਾਡੇ ਕੋਲ ਲੈਂਦੇ ਲੁੰਦੇ ਰਹੇ, ਉਹ ਕੰਮ ਕੁੰਮ ਕਰਦੇ ਰਹੇ, ਝੂੜੂ ਮਾਰਦੇ ਰਹੇ ਉੱਥੇ ਜੇਲ੍ਹਾਂ ਦੇ ਵਿੱਚ ਹੀ। ਕਿੰਨੇ ਸਾਲ ਟੋਟਲ ਜੇਲ੍ਹ ਕੱਟੀ? 14 ਸਾਲ ਜੇਲ੍ਹ ਕੱਟੀ, 14.5 ਸਾਲ ਦੇ ਕਰੀਬ ਜੇਲ੍ਹ ਕੱਟੀ ਮੈਂ। ਸਿਆਲਕੋਟ ਜੇਲ੍ਹ, ਲਾਹੌਰ, ਹਾਂਜੀ। ਹੋਰ ਕਿੱਥੇ? ਡਿਸਟ੍ਰਿਕਟ ਸਿਆਲਕੋਟ, ਗੋਰਾ ਜੇਲ੍ਹ ਸਿਆਲਕੋਟ, ਤੇ ਉਸ ਤੋਂ ਬਾਅਦ ਲਾਹੌਰ ਜੇਲ੍ਹ 'ਚ। ਉਧਰ ਜਦੋਂ ਤੁਹਾਡੇ ਤੇ ਟੌਰਚਰ ਹੋ ਰਿਹਾ ਸੀ ਜੇਲ੍ਹਾਂ 'ਚ, ਹਾਂਜੀ, ਤਾਂ ਪੁੱਛਿਆ ਉਹਨਾਂ ਨੇ ਰੌ ਲਈ ਕੰਮ ਕਰਦੇ ਹੋ, BSF ਲਈ ਕੰਮ ਕਰਦੇ ਹੋ, ਕੀ ਦੱਸਿਆ? ਹਾਂ ਮੈਂ BSF ਵਾਸਤੇ ਦੱਸ ਦਿੱਤਾ ਸੀ ਹਾਰ ਕੇ। ਸਹੀ ਗੱਲ ਪੁੱਛੋ ਤੇ ਮੈਂ ਉਹਨਾਂ ਨੂੰ ਦੱਸਿਆ ਹੈਗਾ ਸੀ। ਮੈਨੂੰ ਕਹਿੰਦਾ ਕਿਹੜੇ ਕੰਮ 'ਚ ਆਇਆ ਸੀ ਤੂੰ ਇੱਧਰ? ਮੈਂ ਕਿਹਾ ਠੀਕ ਆ। ਉਹਨਾਂ ਨੇ ਮੈਨੂੰ ਫੌਜ ਭੇਜਣ ਵਾਸਤੇ ਦੱਸਿਆ ਹੈਗਾ। ਉਦੋਂ ਫੌਜ ਲੱਗਣ ਦੇ ਚਾਂਸ ਹੈਗੇ ਸੀ ਵੀ ਕਿਤੇ ਮੋਰਚੇ ਤੇ ਨਹੀਂ ਕੱਢਦੀ ਪਈ ਪਾਕਿਸਤਾਨ ਦੀ ਫੌਜ, ਉਹ ਦੇਖ ਕੇ ਆਉਣੀ ਹੈਗੀ ਆ। ਚਾਹੇ ਤੇ ਮੈਂਸ ਮੂੰਸ ਤੇ ਨਹੀਂ ਲਗਾਉਂਦੀ ਪਈ, ਉਹ ਦੇਖ ਕੇ ਆਉਣੀ ਹੈਗੀ ਆ। ਲੇਕਿਨ ਮੈਂ ਤੇ ਉਸ ਟਾਈਮ ਅਰੈਸਟ ਹੋ ਗਿਆ, ਫੜਿਆ ਗਿਆ। ਲੇਕਿਨ ਮੈਂ ਇਹ ਕੰਮ ਨਹੀਂ ਕਰ ਸਕਿਆ ਗੌਰਮੈਂਟ ਦਾ। ਫਿਰ ਅਰੈਸਟ ਹੁੰਦੇ ਸਾਰੀ ਫਿਰ ਉਹਨਾਂ ਨੇ ਟੈਰੋਕੇਸ਼ਨ ਮੇਰੀ ਚੰਗੀ ਭਲੀ ਕੀਤੀ। ਫਿਰ ਗੋਰਾ ਜੇਲ੍ਹ 'ਚ ਰਿਹਾ ਹੈਗਾ ਸੀ 2 ਸਾਲ। ਉੱਥੇ ਸੂਰਜ ਤੱਕ ਨਹੀਂ ਦਿਖਾਈ ਦਿੰਦਾ 2 ਸਾਲ ਤੱਕ। ਤੇ ਟੈਰੋਕੇਸ਼ਨ ਤੇ ਰੋਜ਼ਾਨਾ ਹੁੰਦੀ ਰਹਿੰਦੀ ਸੀ, ਕੋਈ ਨਾ ਕੋਈ ਆਉਂਦਾ ਹੀ ਰਹਿੰਦਾ ਸੀ, ਅਫਸਰ ਮਾਰਦਾ ਕੁੱਟਦਾ ਰਹਿੰਦਾ ਹੈਗਾ ਸੀ ਜੋ। ਤੇ ਰੋਟੀ ਪਾਣੀ ਤੇ ਫਿਲਹਾਲ ਇੰਨਾ ਵੀ ਨਹੀਂ ਜੋ ਠੀਕ ਜਿੰਨਾ ਕੁ ਹੋਣਾ ਚਾਹੀਦਾ। ਉਦੋਂ ਜਦੋਂ ਉੱਥੇ ਜੇਲ੍ਹ 'ਚ ਬੰਦ ਸੀਗੇ, ਇੱਥੇ ਭਾਰਤ ਸਰਕਾਰ ਜਾਂ ਇੱਥੇ ਏਜੰਸੀਆਂ ਤੁਹਾਡੇ ਪਰਿਵਾਰ ਦੀ ਦੇਖ ਰੇਖ ਕਰਦੀਆਂ ਸੀ? ਨਾ, ਕੋਈ ਨਹੀਂ ਦੇਖ ਪਾਈ ਕੀਤੀ ਕਿਸੇ ਵੀ ਤਰ੍ਹਾਂ ਦੀ। ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਤੇ ਫਿਰ ਤੁਸੀਂ ਜਦੋਂ ਉੱਥੋਂ ਆਏ ਜੇਲ੍ਹ 'ਚੋਂ, ਉਦੋਂ ਕੌਣ ਲੈ ਕੇ ਆਇਆ? ਕਿਵੇਂ ਆਏ ਉੱਥੋਂ? ਜਦੋਂ ਉੱਥੋਂ ਰਿਹਾ ਹੋਏ ਜੇਲ੍ਹ 'ਚੋਂ, ਇੰਡੀਆ ਕਿਵੇਂ ਆਏ, ਪੰਜਾਬ ਕਿਵੇਂ ਆਏ? ਮੈਂ ਸਰ ਇੱਥੋਂ ਅੰਮ੍ਰਿਤਸਰ ਜੇਲ੍ਹ 'ਚ ਆਇਆ ਸੀ ਜੋ। ਜੇਲ੍ਹ 'ਚ ਤਾਂ ਨਹੀਂ, ਜਾਣੀ ਕਿ ਬਾਰੇ ਇਹਨਾਂ ਨੇ ਸਾਨੂੰ ਰੱਖਿਆ। ਉੱਥੋਂ ਏਜੰਸੀਆਂ ਜਿਹੜੀਆਂ ਆਈਆਂ, ਕੁਛ ਉਹਨਾਂ ਨੇ ਬਿਆਨਾਤ ਲਏ। ਦਿੱਲੀ ਤੋਂ ਲੈ ਕੇ JND ਤੱਕ ਜਿਹੜੀਆਂ ਏਜੰਸੀਆਂ ਆਈਆਂ, ਸਾਰਿਆਂ ਨੇ ਪੁੱਛਗਿੱਛ ਕੀਤੀ। ਆਪਣੀ ਪੁੱਛਗਿੱਛ ਕਰਕੇ ਉਹ ਸਾਰੇ ਚੱਲ ਜਾਂਦੇ ਰਹੇ। ਲੇਕਿਨ ਕੋਈ ਕਿਸੇ ਵੀ ਤਰ੍ਹਾਂ ਨਾਲ ਕਿਸੇ ਨੇ ਵੀ ਬੈਨੀਫਿਟ ਨਹੀਂ ਜਾਣ ਕੇ ਦਿੱਤਾ। ਤੁਸੀਂ ਕਹਿੰਦੇ ਸੀ ਅਫਸਰਾਂ ਨੂੰ ਜਿਹੜੇ ਆਉਂਦੇ ਸੀ ਮਿਲਣ, ਕੀ ਕਹਿੰਦੇ ਸੀ ਉਹਨਾਂ ਨੂੰ, ਜਾਂ ਉਹ ਕੀ ਕਹਿੰਦੇ ਸੀ? ਉਹਨਾਂ ਦੇ ਸਿਰਫ ਸਰ ਉਹ ਬਿਆਨਾਤ ਲੈਣ ਵਾਸਤੇ ਆਉਂਦੇ ਸੀ, ਵੀ ਆਪਣੇ ਬਿਆਨਾਤ ਲਈ ਜਾਂਦੇ ਸੀ, ਉਹ ਚੱਲ ਜਾਂਦੇ ਸੀ। ਹੋਰ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਦੀ ਤਰ੍ਹਾਂ ਦੀ ਮਦਦ ਨਹੀਂ, ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਨਹੀਂ ਕੀਤੀ। ਜਾਣੀ ਕਿ ਤੁਸੀਂ ਕਿਹਾ ਸੀ ਉਹਨਾਂ ਨੂੰ ਵੀ ਮੈਂ ਕੰਮ ਕਰਦਾ ਰਿਹਾ ਏਜੰਸੀਆਂ ਲਈ ਅਮਰੀਕਾ, ਉਹਨਾਂ ਨੂੰ ਪਤਾ ਸੀ ਤੁਸੀਂ ਰੌ ਲਈ ਕੰਮ ਕਰਦੇ ਸੀ? ਹਾਂ, ਉਹਨਾਂ ਨੂੰ ਪਤਾ ਹੈਗਾ ਇਸ ਤਰ੍ਹਾਂ ਵੀ ਇਹ ਰਾਓ ਨਾਲ ਕੰਮ ਕਰਦਾ ਰਿਹਾ, ਚਾਹੇ BSF ਨਾਲ ਕੰਮ ਕਰਦਾ ਰਿਹਾ ਹੈਗਾ ਵਾ। ਸਾਰੀਆਂ ਏਜੰਸੀਆਂ ਨੂੰ ਪਤਾ ਵਾ ਟੋਟਲੀ। ਲੇਕਿਨ ਉੱਥੇ ਰਹਿ ਕੇ ਸਰ ਮੇਰਾ ਤਾਂ ਵੈਸੇ ਵੀ ਦਿਮਾਗ, ਸਹੀ ਗੱਲ ਪੁੱਛੋ ਤੇ ਕੰਮ ਨਹੀਂ ਕਰਦਾ ਰਿਹਾ ਫਿਰ, ਕਿਉਂਕਿ ਬੜੇ ਟਾਰਚਰ ਵੀ ਹੋਏ ਆ। ਕੀ ਟਾਰਚਰ, ਇਸ ਤਰ੍ਹਾਂ ਦਾ ਕੀ ਟਾਰਚਰ ਹੋਇਆ ਕਿ ਤੁਹਾਨੂੰ ਬਹੁਤ? ਸ਼ਾਰਟ ਟਾਰਚਰ ਵੀ ਕੀਤਾ ਹੈਗਾ ਸੀ ਉਹਨਾਂ ਨੇ, ਦਿਮਾਗ ਤੇ ਸਾਡੇ ਦੇ ਸ਼ਾਰਟ ਵੀ ਲਗਾਏ ਹੈਗੇ ਸੀ ਜੋ। ਤੇ ਮਾਰ ਕਟਾਈ ਤੇ ਪੁੱਠਾ ਲਟਕਾ ਕੇ ਕਰਦੇ ਰਹੇ ਸਾਡੇ ਨਾਲ। ਇਹਦੇ ਨਾਲ ਪੱਖਿਆਂ ਦੇ ਹੁੱਕਾਂ ਦੇ ਨਾਲ ਥੱਲੇ ਬਾਹਾਂ ਨੂੰ ਵੀ ਹੱਥ ਕੜੀ ਲੱਗੀ ਹੁੰਦੀ ਸੀ ਜੋ।
ਡਾਂਗਾ ਮਾਰ ਕੇ ਚਾਤੇ ਅੱਖਾਂ ਤੇ ਵੀ ਪੱਟੀ ਬੰਨ੍ਹ ਕੇ ਇਹੋ ਜਿਹੇ ਸਰ ਇਹਨਾਂ ਦਾ ਮਾਹੌਲ ਕੀਤਾ ਜਾਂਦਾ। ਪਰ ਬਹੁਤ ਜ਼ਿਆਦਾ ਕੁੱਟਦੇ ਰਹੇ ਆ, ਜਦੋਂ ਮਰਜ਼ੀ ਕੱਢ ਲੈਂਦੇ, ਜਦੋਂ ਮਰਜ਼ੀ ਟੈਰੋਕੇਸ਼ਨ ਕਰਦੇ ਰਹਿੰਦੇ। ਤੁਸੀਂ ਫਿਰ ਸਾਰਾ ਕੁਝ ਹੀ ਦੱਸਤਾ ਸੀ ਉਹਨਾਂ ਨੂੰ ਜੋ ਜੋ ਕੀਤਾ ਸੀ? ਨਹੀਂ, ਸਾਰਾ ਕੁਝ ਤਾਂ ਨਹੀਂ ਦੱਸਿਆ, ਮੈਂ ਸਿਰਫ 2 ਫੇਰੇ ਮੰਨਿਆ ਹੈਗਾ ਸੀ, ਜੋ ਕਮ ਸੇ ਕਮ ਮੈਂ ਗਿਆ, ਮੈਂ 14 ਵਾਰੀ ਮੈਂ ਗਿਆ ਵਾਂ ਮੇਰਾ ਖਿਆਲ ਜਿੱਥੋਂ ਤੱਕ, ਤੇ 2 ਚੱਕਰ ਮੈਂ ਉੱਧਰ ਦੇ ਮੰਨੇ ਆ ਪਾਕਿਸਤਾਨ ਦੇ, ਤੇ ਮੈਂ 2 ਵਾਰੀ ਆਇਆ ਮੈਂ ਇੱਥੇ ਪਾਕਿਸਤਾਨ ਦੇ ਵਿੱਚ। 2 ਚੱਕਰਾਂ ਦਾ ਉਹਨਾਂ ਨੇ ਮੇਰੇ 'ਤੇ ਕੰਮ ਇਹੋ ਪਾਇਆ ਵੀ ਇਹ ਫੌਜ ਦੇਖਣ ਵਾਸਤੇ ਆਇਆ ਵਾ, ਮੋਰਚੇ ਦੇਖਣ ਵਾਸਤੇ ਆਇਆ ਵਾ। ਇਹਦੀ ਮੈਨੂੰ ਇਹਨਾਂ ਨੇ ਸਜ਼ਾ ਸੁਜਾ ਦਿੱਤੀ। ਜੇਲ੍ਹ 'ਚ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ? ਹੋਰ ਆਪਣੇ ਬੰਦੇ ਵੀ ਸੀਗੇ, ਉਹਨਾਂ ਦੇ ਵੀ ਸੀਗੇ? ਕਦੇ ਜੇਲ੍ਹ 'ਚ ਕੋਈ ਹੋਰ ਲੜਾਈ ਪੜ੍ਹਾਈ ਜਾਂ ਕੋਈ ਤੁਹਾਨੂੰ ਤੰਗ ਕਰਦੇ ਹੋਣ? ਨਹੀਂ ਸਰ, ਸਾਨੂੰ ਤਾਂ ਨਹੀਂ ਜੋ ਕੋਈ ਵੀ ਤੰਗ ਕਰਦਾ, ਲੇਕਿਨ ਆਪਾਂ ਤਾਂ ਵੈਸੇ ਚਲੋ ਅੱਛੇ ਤਰੀਕੇ ਨਾਲ ਹੀ ਉੱਥੇ ਰਹੇ ਹਾਂ, ਜਿੰਨੀ ਦੇਰ ਵੀ ਰਹੇ ਹੈਗੇ ਆ। ਲੇਕਿਨ ਹੋਰ ਪਾਕਿਸਤਾਨੀ ਉਹਨਾਂ ਦੀ ਆਪੋ 'ਚ ਦੀ ਲੜਾਈ ਝਗੜਾ ਹੁੰਦਾ ਸੀ, ਲੇਕਿਨ ਉਹ ਤਾਂ ਚਲੋ ਉਹਨਾਂ ਦੀ ਗੱਲ ਹੈਗੀ ਜੋ ਪਾਕਿਸਤਾਨੀਆਂ ਦੇ। ਸਾਡੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਜੋ ਲੜਾਈ ਝਗੜਾ ਕਰਨ ਵਾਲਾ। ਬੇੜੀ ਮੈਨੂੰ ਲੱਗੀ ਰਹੀ, 4 ਸਾਲ ਲੱਗੀ ਰਹੀ ਉੱਥੇ ਬੇੜੀ। 4 ਸਾਲ ਬਾਅਦ ਉੱਧਰੋਂ ਵਕੀਲ ਆਇਆ ਸੀ ਕੋਈ ਪਾਕਿਸਤਾਨ ਦਾ, ਅਕਬਰ ਚੀਮਾ ਸਾਹਿਬ ਸੀ ਕੋਈ, ਉਹਦੇ ਗਾੜੀ ਰਿਕੁਐਸਟ ਕੀਤੀ ਵੀ ਸਾਡੀ ਬੇੜੀ ਉਤਾਰੀ ਜਾਏ। ਉਹਨਾਂ ਨੇ ਫਿਰ ਕੇਸ ਜਿਹੜਾ ਨਾ ਲਗਾਇਆ ਸਾਡਾ, ਤੇ ਫਿਰ ਉਹਨਾਂ ਨੇ ਜਿਹੜੇ ਨਾ ਕੁਛ ਹੀ ਮਹੀਨਿਆਂ ਬਾਅਦ ਜਿਹੜੀ ਨਾ ਸਾਡੀ ਸਾਰਿਆਂ ਦੀਆਂ ਬੇੜੀਆਂ ਉਤਾਰ ਦਿੱਤੀਆਂ। ਆਪਾਂ 25 ਕੁ ਬੰਦੇ ਹੈਗੇ ਸੀ ਜਿਨ੍ਹਾਂ ਨੂੰ ਬੇੜੀਆਂ ਲੱਗੀਆਂ ਹੈਗੀਆਂ ਸੀ, ਜੋ ਜਿਹੜੇ ਕਿ ਖਤਰਨਾਕ ਕੈਦੀ ਮੰਨੇ ਜਾਂਦੇ ਸੀ, ਜਾਣੀ ਕਿ ਉਹ 59 ਦੇ ਕੈਦੀ ਹੈਗੇ ਸੀ, ਜਾਣੀ ਕਿ ਜਸੂਸੀ ਦੇ ਕੇਸ ਦੇ। ਅਤੇ ਉਹਨਾਂ ਸਾਰਿਆਂ ਨੂੰ ਬੇੜੀ ਲੱਗੀ ਸੀ। ਜਿਹੜੇ ਦੂਸਰੇ ਬੰਦੇ ਹੈਗੇ ਸੀ ਵਿੱਚ, ਕਈ ਬੰਦੇ ਵੈਸੇ ਵੀ ਜਿਹੜੇ ਬਾਰਡਰ ਟੱਪਣ ਵਾਲੇ ਸੀ, ਕਈ ਬੰਦੇ ਐਸੇ ਵੀ ਜਿਹੜੇ ਦੂਸਰੇ 2 ਨੰਬਰ ਦਾ ਕੰਮ ਕੁੰਮ ਕਰਨ ਵਾਲੇ ਸੀ, ਉਹਨਾਂ ਨੂੰ ਨਹੀਂ ਬੇੜੀਆਂ ਲੱਗੀਆਂ। ਫਿਰ ਉਹਨਾਂ ਨੇ ਬੇੜੀ ਮੇਰੇ ਸਾਡੀ ਉਤਾਰ ਦਿੱਤੀ। ਫਿਰ ਉਸ ਤੋਂ ਬਾਅਦ ਆਪਾਂ ਖੁੱਲ੍ਹੇ ਹੋ ਗਏ, ਆਜ਼ਾਦ ਹੋ ਗਏ ਜਾਣੀ ਕਿ ਬੇੜੀਆਂ ਤੋਂ। ਉਸ ਤੋਂ ਬਾਅਦ ਫਿਰ ਕੈਦ ਕੁਦ ਵੀ ਖਤਮ ਹੋ ਗਈ। ਜਦੋਂ ਕੈਦ ਖਤਮ ਹੋ ਗਈ ਤਾਂ ਫਿਰ ਇੱਧਰ ਆ ਗਏ, ਉਹਨਾਂ ਨੇ ਭੇਜ ਦਿੱਤਾ ਸਾਨੂੰ। ਜਿਹੜੇ ਰੌ ਦੇ ਅਫਸਰ ਨੂੰ ਮਿਲਦੇ ਸੀ, ਜਿਹੜੇ BSF ਦੇ ਅਫਸਰ ਨੇ ਤੁਹਾਨੂੰ ਭੇਜਿਆ ਸੀ ਜਾਂ ਰੌ ਦੇ ਅਫਸਰ ਨੇ, ਹਾਂਜੀ, ਉਹਨੂੰ ਮਿਲੇ ਆ ਕੇ ਕਦੇ? ਸਰ ਉਹ ਮੇਰੇ ਕੋਲ ਇੱਥੇ ਜ਼ਰੂਰ ਉਹਨਾਂ ਦੇ ਬੰਦੇ ਆਉਂਦੇ ਰਹੇ ਆ, ਇੰਸਪੈਕਟਰ ਨੂੰ ਭੇਜਦੇ ਰਹੇ, ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਆ, ਲੇਕਿਨ ਉਹਨਾਂ ਵੀ ਬਸ ਇਹੋ ਕਹਿੰਦੇ ਰਹੇ ਵੀ ਆਪਾਂ ਕਰਨੇ ਆ, ਤੁਹਾਡੀ ਮਦਦ ਕਰਨੇ ਆ, ਪਰ ਲੇਕਿਨ ਕਿਸੇ ਨੇ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦੀ। ਹੋਰ ਰਾਹ ਵਾਲੇ ਵੀ ਆਏ ਹੈਗੇ ਸੀ, ਉਹਨਾਂ ਨੇ ਵੀ ਕਿਸੇ ਵੀ ਤਰ੍ਹਾਂ ਦੀ, ਜਦੋਂ ਇਹਨਾਂ ਨੇ ਨਹੀਂ ਕੀਤੀ, ਉਹ ਕਹਿੰਦੇ ਜੇ ਤੇ ਤੁਹਾਡੀ BSF ਵਾਲੇ ਮਦਦ ਕਰਨਗੇ ਤੇ ਫਿਰ ਆਪਾਂ ਵੀ ਕਰਾਂਗੇ, ਜੇ ਨਹੀਂ BSF ਵਾਲੇ ਕਰਨਗੇ ਤੇ ਫਿਰ ਆਪਾਂ ਵੀ ਨਹੀਂ ਕਰਨੀ ਮਦਦ ਕਿਸੇ ਵੀ ਤਰ੍ਹਾਂ ਦੀ। ਕਿ ਤੁਹਾਨੂੰ ਰੌ ਨਾਲ BSF ਨੇ ਮਿਲਾਇਆ ਸੀ? ਹਾਂਜੀ, BSF ਵਾਲੇ ਨੇ ਰੌ ਨਾਲ ਮਿਲਾਇਆ ਸੀ। ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਨਾਲ ਖੜੇ ਆ, ਪੱਕਾ ਤੁਹਾਡੀ ਮਦਦ। ਪਹਿਲਾਂ ਕਿੰਨੇ ਕੁ ਪੈਸੇ ਦਿੰਦੇ ਹੁੰਦੇ ਸੀਗੇ? ਪੈਸੇ ਸਰ ਦਿੰਦੇ ਸੀ, ਬਿਲਕੁਲ ਥੋੜ੍ਹੇ ਜਿਹੇ ਦਿੰਦੇ ਹੈਗੇ ਸੀ। ਉਦੋਂ ਪੈਸੇ ਦੀ ਵੈਲਿਊ ਹੈਗੀ ਸੀ, ਜੋ ਉਦੋਂ ਕਮ ਸੇ ਕਮ ਹੀ ਥੋੜ੍ਹੇ ਪੈਸਿਆਂ ਨਾਲ ਵੀ ਗੁਜ਼ਾਰਾ ਹੋ ਜਾਂਦਾ ਸੀ। ਕਿੰਨੇ ਪੈਸੇ ਦਿੰਦੇ ਸੀ ਉਦੋਂ? ਵੱਧ ਤੋਂ ਵੱਧ 400-500 ਰੁਪਇਆ ਦੇ ਦਿੰਦੇ ਸੀ। ਅਤੇ ਆਪਾਂ ਇਹ ਨਹੀਂ ਸੋਚਿਆ ਵੀ ਚਲੋ 400-500 ਰੁਪਏ ਦੀ ਗੱਲ ਹੈਗੀ, ਆਪਾਂ ਸੋਚਿਆ ਚਲੋ ਦੇਸ਼ ਵਾਸਤੇ ਕੰਮ ਕਰਨੇ ਪਏ ਆ ਅਤੇ ਆਪਾਂ ਕਰਾਂਗੇ ਜਿੰਨੀ ਦੇਰ ਵੀ ਹੋ ਸਕਿਆ, ਅਤੇ ਕਰਦੇ ਰਹੇ ਹਾਂ ਜਿੰਨੀ ਦੇਰ ਵੀ ਸਰ ਕੀਤਾ। ਫਿਰ ਅਕਸਰ ਤੁਹਾਨੂੰ ਪਤਾ ਫੜਿਆ ਤੇ ਜਾਣਾ ਹੀ ਹੁੰਦਾ ਵਾ ਬੰਦੇ ਨੇ, ਅਰੈਸਟ ਤੇ ਹੋਣਾ ਹੀ ਹੁੰਦਾ ਕਿਤੇ ਨਾ ਕਿਤੇ। ਅਤੇ ਬਾਕੀ ਵਾਰੀ ਮੈਂ ਇਕੱਲੇ ਹੀ ਜਾਂਦਾ ਰਿਹਾ ਵਾਂ, ਬਸ ਇੱਕੋ ਵਾਰੀ ਇੱਕੋ ਬੰਦੇ ਨਾਲ ਹੀ ਗਿਆ ਹੈਗਾ ਜਦੋਂ ਰਸਤਾ ਦੇਖਣਾ ਹੈਗਾ ਸੀ। ਬਾਕੀ ਮੈਂ ਬਾਰਡਰ ਕਾਫੀ ਜਗ੍ਹਾ ਤੋਂ ਕ੍ਰਾਸ ਕੀਤੇ। ਕਿੱਥੋਂ ਕਿੱਥੋਂ ਬਾਰਡਰ ਕ੍ਰਾਸ ਕਰਦੇ ਸੀ? ਮੈਂ ਇੱਧਰੋਂ ਇਹ ਆਪਣਾ ਕਠੂਏ ਵਾਲੇ ਪਾਸੇ ਬੰਬਿਆਲ ਸਾਈਡ ਥਾਣੀ ਦੀ ਕੀਤਾ ਕਰਦਾ ਰਿਹਾ। 5-6-7 ਵਾਰੀ ਤੋਂ ਉੱਥੋਂ ਹੀ ਗਿਆ ਹੈਗਾ ਵਾਂ। ਕਠੂਏ ਵਾਲੀ ਸਾਈਡ ਤੋਂ ਬੰਬਿਆਲ ਸਾਈਡ ਵਾ, ਬੰਬਿਆਲ ਪੋਸਟ ਸਾਡੀ ਪੈਂਦੀ। ਅਤੇ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ, ਇਹ ਤੋਂ ਵੀ 2-3 ਵਾਰੀ ਮੈਂ ਗਿਆ ਵਾਂ। ਫਿਰ ਦਰਾਂਗਲੇ ਤੋਂ ਜਦੋਂ ਮੈਂ ਗਿਆ ਸੀ ਉਦੋਂ ਅਰੈਸਟ ਹੋਇਆ ਸੀ। ਅਤੇ ਉਸ ਤੋਂ ਬਾਅਦ JNK ਵਾਲੇ ਭੇਜਦੇ ਰਹੇ ਆ, ਆਪਣੀ ਪਾਂਸਲ ਪੋਸਟ ਤੋਂ ਭੇਜਦੇ ਰਹੇ ਮੈਨੂੰ, ਜੰਮੂ ਵਾਲੇ ਰੌ ਵਾਲੇ। ਉੱਥੋਂ ਦੀਆਂ ਏਜੰਸੀਆਂ ਕਹਿੰਦੀਆਂ ਨੇ ਕਿ ਸਾਡੇ ਲਈ ਕੰਮ ਕਰੋ? ਨਹੀਂ ਸਰ, ਉਹਨਾਂ ਨੇ ਨਹੀਂ ਕਿਹਾ, ਇੱਕ ਵਾਰੀ ਵੀ ਨਹੀਂ ਸਾਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਕੰਮ ਕਰੋ। ਉਹਨਾਂ ਨੂੰ ਪਤਾ ਸੀ ਵੀ ਉੱਧਰ ਦੀ ਗੌਰਮੈਂਟ ਦੇ ਬੰਦੇ ਆ, ਇਹਨਾਂ ਨੇ ਸਾਡੇ ਨਾਲ ਮੰਨਣਾ ਨਹੀਂ, ਕਿਸੇ ਵੀ ਤਰ੍ਹਾਂ ਨਾਲ ਕੰਟੈਕਟ ਨਹੀਂ ਕਰਨਾ ਕਿਸੇ ਵੀ ਤਰ੍ਹਾਂ ਨਾਲ, ਇਸ ਕਰਕੇ ਉਹਨਾਂ ਨੇ ਨਹੀਂ ਸਾਨੂੰ ਕਿਹਾ। ਤੁਹਾਨੂੰ ਕਦੇ ਲੱਗਦਾ ਸੀਗਾ ਕਿ ਇਹ ਕੰਮ ਕਰਦਿਆਂ ਕਰਦਿਆਂ ਇਹ ਹਾਲ ਹੋ ਜਾਊਗਾ? ਪਹਿਲਾਂ ਸ਼ੱਕ ਸੀ? ਹਾਂ ਸਰ, ਪਤਾ ਤਾਂ ਸੀ ਸਾਨੂੰ ਵੀ ਵਾਕਈ ਵੀ ਇਹ ਕੰਮ ਮਾੜਾ ਹੈਗਾ ਵਾ, ਇਸ 'ਤੇ ਇਲਜ਼ਾਮ ਬੁਰਾ ਹੀ ਹੋਣਾ ਵਾ,
ਲੇਕਿਨ ਉਹ ਇਸ ਗੱਲ ਦਾ ਪਤਾ ਸੀ ਸਾਨੂੰ ਵੀ ਜੇ ਇੱਕ ਨਾ ਇੱਕ ਦਿਨ ਆਪਾਂ ਫੜੇ ਜਾਣਾ ਵਾ ਤੇ ਬਹੁਤ ਬੁਰੀ ਹਾਲਤ ਹੋਣੀ ਸਾਡੇ ਨਾਲ, ਤੇ ਉਹ ਕੰਮ ਹੋਣਾ ਹੀ ਉਹ ਹੋ ਕੇ ਰਹਿ ਗਿਆ ਬਸ। ਦੁੱਖ ਹੈ ਤੁਹਾਨੂੰ ਇਸ ਗੱਲ ਦਾ ਕਿ ਤੁਸੀਂ ਕੰਮ ਕੀਤਾ ਤੇ ਤੁਹਾਡਾ ਕਿਸੇ ਨੇ ਮੁੱਲ ਨਹੀਂ ਪਾਇਆ? ਹਾਂ ਸਰ, ਦੁੱਖ ਤੇ ਹੈ ਹੀ ਆ। ਇਸ ਟਾਈਮ ਤੇ ਬਿਲਕੁਲ ਬੇਕਾਰ ਵਿਹਲੇ ਬੈਠੇ ਹੋਏ ਪਏ ਆ, ਕੋਈ ਕੰਮਕਾਰ ਨਹੀਂ ਕਿਸੇ ਵੀ ਤਰ੍ਹਾਂ ਦਾ। ਟੋਟਲ ਦੁੱਖ ਮੁਸੀਬਤਾਂ ਹੀ ਆ ਹਰ ਪਾਸੇ, ਟੋਟਲ ਜਿੰਨੀਆਂ ਵੀ ਹੈ ਸਰ ਬਿਲਕੁਲ ਬੇਕਾਰ ਹੋਏ ਪਏ ਆ। ਬਾਰੀ ਦੇ ਉੱਪਰ ਸੱਟ ਵੀ ਲੱਗੀ ਪਈ ਆ, ਸਾਲ ਹੋ ਗਿਆ ਵਾ, ਕੋਈ ਕੰਮਕਾਰ ਨਹੀਂ। ਹੁਣ ਤੇ ਬਿਲਕੁਲ ਹੀ ਪੇਂਟ ਪੂਣ ਦਾ ਕੰਮ ਕਰਦੇ ਹੁੰਦੇ ਸੀ ਆਪਾਂ, ਲੇਕਿਨ ਉਹ ਵੀ ਨਹੀਂ, ਹੁਣ ਬਿਲਕੁਲ ਹੀ ਰਹਿ ਗਏ ਆ, ਉਹ ਵੀ ਨਹੀਂ ਕਰ ਸਕਦੇ। ਕਦੇ ਕਿਸੇ ਮਿਲੇ ਹੋ, ਲੀਡਰ ਨੂੰ ਮਿਲੇ ਹੋ, ਕਿਸੇ ਨੂੰ ਪੋਲੀਟੀਕਲ ਲੀਡਰ ਨੂੰ, ਕਿਸੇ ਵੀ ਪਾਰਟੀ ਦੇ ਨੂੰ, ਵੀ ਮਦਦ ਕਰੋ ਸਾਡੀ, ਅਸੀਂ ਆਹ ਕਰਦੇ ਸੀ ਸਾਡੀ ਗੱਲ? ਹਾਂਜੀ, ਇੱਕ ਵਾਰੀ ਗਏ ਹੈਗੇ ਸੀ ਵੀ ਆਪਾਂ ਪ੍ਰਤਾਪ ਸਿੰਘ ਬਾਜਵੇ ਨੂੰ ਮਿਲਣ ਵਾਸਤੇ ਇੱਧਰੋਂ ਕਾਦੀਆਂ ਦੇ ਹਲਕੇ 'ਚ, ਮੈਂ ਤੇ ਪਾਪਾ ਗਏ ਹੈਗੇ ਸੀ। ਉਹਨਾਂ ਨੂੰ ਕਿਹਾ ਸੀ ਵੀ ਸਾਡੀ ਮਦਦ ਕਰੋ। ਫਾਈਲ ਮੇਰੇ ਕੋਲ ਹੈਗੀ ਆ, ਹਾਲੇ ਤੱਕ ਵੀ ਮੌਜੂਦਾ ਹੈਗੀ ਆ ਜਿਹੜੀ ਆਪਾਂ ਬਣਾਈ ਹੈਗੀ ਆ ਉਹ, ਲੇਕਿਨ ਉਹਨਾਂ ਨੇ ਇਜਾਜ਼ਤ ਹੀ ਨਹੀਂ ਦਿੱਤੀ ਉਹਦੇ ਦੂਸਰੇ ਬੰਦਿਆਂ ਨੇ ਉਹਨਾਂ ਨੂੰ ਮਿਲਣ ਦੀ। ਸਾਨੂੰ ਬਾਜਵਾ ਸਿੰਘ, ਪ੍ਰਤਾਪ ਸਿੰਘ ਬਾਜਵੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੇ। ਇੱਥੇ ਕਿਤੇ ਗੁਰਦੁਆਰੇ ਦੇ ਵਿੱਚ ਆਇਆ ਹੈਗਾ ਸੀ ਜੋ ਕਾਦੀਆਂ 'ਚ ਹੀ ਮੇਰੇ ਖਿਆਲ।